ਵੈਲਕਮ ਟੂ ਸੀਬੀਸੀ ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਕੈਡਮੀ ਅਬੋਰਡ ਤੋਂ। ਅੱਜ ਅਸੀਂ ਡਿਸਕਸ ਕਰਾਂਗੇ ਜੀ ਡਿਸਟ੍ਰਿਕਟ ਵਾਈਜ਼ ਜੀਕੇ ਦੇ ਵਿੱਚ ਪਾਰਟ 6। ਠੀਕ ਹੈ ਜੀ। ਪਾਰਟ 5 ਦੇ ਵਿੱਚ ਅਸੀਂ 2-3 ਡਿਸਟ੍ਰਿਕਟ ਕਵਰ ਕਰ ਚੁੱਕੇ ਹਾਂ ਤੇ ਇਹ ਜਿਹੜਾ 6ਵਾਂ ਪਾਰਟ ਹੈ ਤੇ ਇਸ ਦੇ ਵਿੱਚ ਅਸੀਂ ਮਾਝੇ ਦੇ ਡਿਸਟ੍ਰਿਕਟ ਜਿੰਨੇ ਵੀ ਨੇ ਉਹ ਸਾਰੇ ਡਿਸਟ੍ਰਿਕਟ ਅਸੀਂ ਵੇਖਾਂਗੇ। ਠੀਕ ਹੈ ਜੀ। ਤਾਂ ਸੋ ਜੋ ਬੱਚੇ ਇਸ ਚੈਨਲ ਦੇ ਉੱਪਰ ਅੱਜ ਹੀ ਇਸੇ ਹੀ ਵੀਡੀਓ ਨੂੰ ਵੇਖ ਰਹੇ ਆ ਤਾਂ ਪੰਜਾਬ ਜੀਕੇ ਦੀ ਤੁਸੀਂ ਜਾ ਕੇ ਪੂਰੀ ਸੀਰੀਜ਼ ਵੇਖ ਸਕਦੇ ਹੋ। 18-19 ਲੈਕਚਰ ਹੋ ਚੁੱਕੇ ਆ। ਸੋ ਸਾਡੇ ਆਨਲਾਈਨ ਕੋਰਸ ਵੀ ਆਉਂਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ। ਤਾਂ ਸੋ ਤੁਸੀਂ ਘਰ ਬੈਠੇ ਜਾਂ ਅਗਰ ਕੋਆਪਰੇਟਿਵ ਬੈਂਕ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਬੈਚ ਚੱਲ ਰਿਹਾ ਹੈ। ਤਾਂ ਪੰਜਾਬ ਪੁਲਿਸ ਕਾਂਸਟੇਬਲ ਦੀ ਕਰਨਾ ਚਾਹੁੰਦੇ ਹੋ ਜਾਂ ਸਬ ਇੰਸਪੈਕਟਰ ਦੀ ਜਾਂ ਕਿਸੇ ਵੀ ਪੰਜਾਬ ਦੀ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਆਪਣੇ ਐਪ ਦੇ ਉੱਪਰ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਲਓ ਅਤੇ ਉਸ ਤੋਂ ਵਿੱਚ ਆਪਣਾ ਰਜਿਸਟਰ ਨੰਬਰ ਕਰਕੇ ਤੁਸੀਂ ਐਪ ਨੂੰ ਕੋਰਸ ਨੂੰ ਪਰਚੇਜ ਕਰਕੇ ਤੁਸੀਂ ਵੇਖ ਸਕਦੇ ਹੋ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਣੀ ਵੀਡੀਓ ਨੂੰ ਅਸੀਂ ਸਟਾਰਟ ਕਰੀਏ। ਠੀਕ ਹੈ ਜੀ। ਤੇ ਆਓ ਜੀ ਹੁਣ ਅਸੀਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਹੁਣ ਆਪਾਂ ਗੱਲ ਕਰਾਂਗੇ ਪਠਾਨਕੋਟ ਡਿਸਟ੍ਰਿਕਟ ਦੇ ਬਾਰੇ। ਪਠਾਨਕੋਟ ਡਿਸਟ੍ਰਿਕਟ ਦੇ ਬਾਰੇ ਦੇਖੋ ਜੀ, ਹੁਣ ਤੁਹਾਨੂੰ ਪਤਾ ਹੈ ਜੀ ਪਠਾਨਕੋਟ ਡਿਸਟ੍ਰਿਕਟ ਦਾ ਸਭ ਤੋਂ ਪਹਿਲਾਂ ਅਗਰ ਕੁਐਸਚਨ ਆਇਆ ਤਾਂ ਇਹ ਸਭ ਤੋਂ ਪਹਿਲਾਂ ਕਿਹੜੀ ਡਿਸਟ੍ਰਿਕਟ ਤੋਂ ਕੱਟ ਹੋ ਕੇ ਬਣਿਆ ਸੀਗਾ, ਤੇ ਇਹ ਬਣਿਆ ਸੀਗਾ ਜੀ ਗੁਰਦਾਸਪੁਰ ਡਿਸਟ੍ਰਿਕਟ ਤੋਂ ਅਲੱਗ ਹੋ ਕੇ ਬਣਿਆ ਸੀਗਾ। ਇਹ ਸਾਡਾ 21ਵਾਂ ਡਿਸਟ੍ਰਿਕਟ ਸੀਗਾ। ਤੁਹਾਡੇ ਪੰਜਾਬ ਦੇ ਵਿੱਚ ਟੋਟਲ ਹੁਣ 23 ਡਿਸਟ੍ਰਿਕਟ ਹੋ ਚੁੱਕੇ ਆ। ਠੀਕ ਹੈ ਜੀ। 23ਵਾਂ ਡਿਸਟ੍ਰਿਕਟ ਤੁਹਾਨੂੰ ਮਲੇਰਕੋਟਲਾ ਹੁਣੇ ਬਣਿਆ ਤੇ ਉਸ ਤੋਂ ਪਹਿਲਾਂ ਸੀਗੇ 22 ਤੇ 22 ਦੇ ਵਿੱਚੋਂ 21ਵਾਂ ਡਿਸਟ੍ਰਿਕਟ ਸੀਗਾ ਪਠਾਨਕੋਟ। ਹੁਣ ਸਭ ਤੋਂ ਇੰਪੋਰਟੈਂਟ ਕੁਐਸਚਨ ਇਹਦਾ ਜਿਹੜਾ ਆਉਂਦਾ ਹੈ, ਤੁਸੀਂ ਪਠਾਨਕੋਟ ਵੇਖ ਲਓ ਜੰਮੂ ਦੇ ਨਾਲ ਟੱਚ ਹੁੰਦਾ ਪਿਆ, ਜੰਮੂ ਯੂਟੀ ਦੇ ਨਾਲ। ਤੁਹਾਨੂੰ ਪਤਾ ਹੈ 5 ਅਗਸਤ 2019 ਦੇ ਵਿੱਚ ਕੀ ਕੀਤਾ ਸੀ ਮੋਦੀ ਗੌਰਮੈਂਟ ਨੇ 370 ਦੀ ਧਾਰਾ ਨੂੰ ਖਤਮ ਕੀਤਾ ਸੀ ਤੇ 35A ਦੀ ਧਾਰਾ ਨੂੰ ਖਤਮ ਕੀਤਾ ਸੀਗਾ। ਤੇ ਉਸ ਤੋਂ ਬਾਅਦ ਕੀ ਬਣ ਗਿਆ ਸੀ, ਜੰਮੂ ਐਂਡ ਕਸ਼ਮੀਰ ਕੀ ਇੱਕ ਯੂਟੀ ਬਣ ਗਿਆ। ਉਸ ਯੂਟੀ ਨਾਲ ਸਾਡਾ ਪੰਜਾਬ ਦਾ ਇੱਕੋ ਡਿਸਟ੍ਰਿਕਟ ਟੱਚ ਹੁੰਦਾ ਪਿਆ, ਉਹ ਹੈ ਪਠਾਨਕੋਟ। ਇਹ ਏਰੀਆ ਵਾਈਜ਼ ਵੀ ਸਭ ਤੋਂ ਛੋਟਾ ਡਿਸਟ੍ਰਿਕਟ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਮੋਹਾਲੀ ਹੋਣੇ ਦਾ ਆਨਸਰ ਨਹੀਂ ਹੈਗਾ, ਮੋਹਾਲੀ ਪਹਿਲਾਂ ਹੁੰਦਾ ਸੀ ਪਠਾਨਕੋਟ ਤੋਂ ਪਹਿਲਾਂ, ਪਰ ਪਠਾਨਕੋਟ ਤੋਂ ਬਣਨ ਤੋਂ ਬਾਅਦ ਤੁਹਾਡਾ ਜਿਹੜਾ ਪਠਾਨਕੋਟ ਹੈ ਇਹ ਏਰੀਆ ਵਾਈਜ਼ ਸਭ ਤੋਂ ਛੋਟਾ ਡਿਸਟ੍ਰਿਕਟ ਹੋ ਚੁੱਕਿਆ, ਸਮੋਲੈਸਟ। ਠੀਕ ਹੈ ਜੀ। ਬੜੀ ਵਾਰੀ ਪੇਪਰ 'ਚ ਕੁਐਸਚਨ ਆ ਚੁੱਕਿਆ। ਅੱਛਾ, ਇੱਕੋ ਮੋਸਟ ਜਿਹੜਾ ਨਾਰਦਰਨ ਮੋਸਟ ਮਤਲਬ ਸਭ ਤੋਂ ਉੱਤਰ ਦੇ ਵਿੱਚ ਜਿਹੜਾ ਗੱਲ ਕਰੀਏ ਤਾਂ ਕਿਹੜਾ ਡਿਸਟ੍ਰਿਕਟ ਹੈ ਸਾਡੇ ਪੰਜਾਬ ਦਾ, ਉਹ ਹੈਗਾ ਜੀ ਪਠਾਨਕੋਟ। ਇੱਕ ਮਾਤਰ ਜਿਹੜਾ ਡਿਸਟ੍ਰਿਕਟ ਹੈ ਜਿਹੜਾ ਕੀ ਹੈ ਜੀ, ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਨਾਲ ਵੀ ਇਹਦਾ ਬਾਰਡਰ ਟੱਚ ਹੁੰਦਾ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ। ਤੇ ਜੰਮੂ ਕਸ਼ਮੀਰ ਦੇ ਨਾਲ ਵੀ ਟੱਚ ਹੁੰਦਾ ਹੈ। ਅੱਛਾ, ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਵੀ ਇਹ ਪੰਜਾਬ ਦਾ ਇੱਕੋ ਮਾਤਰ ਡਿਸਟ੍ਰਿਕਟ ਹੈ ਜਿਹਦੇ ਵਿੱਚ ਡੋਗਰੀ ਲੈਂਗੁਏਜ ਮਤਲਬ ਜਿਹੜੀ ਕਿ ਜੰਮੂ ਕਸ਼ਮੀਰ ਦੇ ਵਿੱਚ ਬੋਲੀ ਜਾਂਦੀ ਹੈ, ਡੋਗਰੀ ਭਾਸ਼ਾ ਉਹ ਬੋਲੀ ਜਾਂਦੀ ਹੈ ਇੱਥੇ। ਅੱਛਾ ਜੀ, ਇਹਦੇ ਵਿੱਚ ਕਿਹੜੇ ਸਿਟੀਜ਼ ਪੈਂਦੇ ਨੇ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਨਾਲ ਵੇਖੀਏ ਤਾਂ ਪਠਾਨਕੋਟ ਸਿਟੀ ਹੈ ਤੇ ਧਾਰਕਲਾਂ ਜਿਹੜਾ ਕੀ ਹੈ ਇਹਦੇ ਵਿੱਚ ਹੈਗੇ ਨੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਗੱਲ ਕਰੀਏ ਪਠਾਨਕੋਟ ਜਿਹੜਾ ਸਿਟੀ ਹੈ ਇਹ ਕਿਹਨਾਂ ਦੇ ਨਾਮ ਤੇ, ਪਠਾਨ ਤੋਂ ਪਤਾ ਲੱਗ ਰਿਹਾ ਨਾ ਵੀ ਕੁਛ ਲੋਕ ਇੱਥੇ ਆ ਕੇ ਪਠਾਨ ਲੋਕ ਵਸੇ ਹੋਣਗੇ ਤਾਂ ਉਹਨਾਂ ਦੇ ਨਾਮ ਦੇ ਉੱਪਰ ਹੀ ਪੈ ਗਿਆ। ਠੀਕ ਹੈ ਜੀ। ਐਕਚੁਅਲ ਦੇ ਵਿੱਚ ਕੀ ਹੈ ਜੀ, ਇੱਥੇ ਜੀ ਨਿਪੂਰ ਰੂਲਰ ਰਹਿੰਦੇ ਸੀਗੇ, ਨਿਪੂਰ ਨਾਮ ਦੇ ਰੂਲਰ ਸੀਗੇ। ਉਹਨਾਂ ਦੇ ਵਿੱਚ ਇੱਕ ਮੁਸਲਿਮ ਰੂਲਰ ਸੀ, ਉਹਦਾ ਨਾਮ ਸੀਗਾ ਸਈਅਦ ਖਾਂ। ਠੀਕ ਹੈ ਜੀ। ਉਹਨਾਂ ਦੇ ਟਾਈਮ ਦੇ ਵਿੱਚ ਇਹ ਡਿਸਟ੍ਰਿਕਟ ਨੂੰ ਵਸਾਇਆ ਗਿਆ ਸੀਗਾ। ਤੇ ਉਸ ਤੋਂ ਬਾਅਦ ਐਕਚੁਅਲ ਦੇ ਵਿੱਚ ਕੀ ਹੋਇਆ ਫਿਰ ਆਇਨ ਅਕਬਰੀ, ਤੁਹਾਨੂੰ ਪਤਾ ਜੀ ਆਇਨ ਅਕਬਰੀ ਬੜੀ ਵਾਰੀ ਪੇਪਰ 'ਚ ਕੁਐਸਚਨ ਆ ਚੁੱਕਿਆ ਹੈ। ਅਬੁਲ ਫਜ਼ਲ ਨੇ ਇਹ ਬੁੱਕ ਲਿਖੀ ਸੀ, ਇਹ 9 ਰਤਨ ਦੇ ਵਿੱਚੋਂ ਆਉਂਦਾ ਸੀਗਾ। ਅਕਬਰ ਦੇ 9 ਰਤਨ ਦੇ ਵਿੱਚ ਅਬੁਲ ਫਜ਼ਲ ਦਾ ਨਾਮ ਆਉਂਦਾ ਤੇ ਉਹਨੇ ਲਿਖੀ ਸੀ ਆਇਨ ਅਕਬਰੀ। ਇਸ ਦੇ ਵਿੱਚ ਇਸ ਪਠਾਨਕੋਟ ਡਿਸਟ੍ਰਿਕਟ ਦੇ ਬਾਰੇ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ। ਐਕਚੁਅਲ ਦੇ ਵਿੱਚ ਕੀ ਹੁੰਦਾ ਸੀਗਾ, ਇਹ ਜੀ ਮੁਗਲਿਆਂ ਦੇ ਟਾਈਮ ਦੇ ਵਿੱਚ ਹੈੱਡਕੁਆਟਰ ਸੀਗਾ ਪਠਾਨ ਲੋਕਾਂ ਦਾ, ਕਿਉਂਕਿ ਇੱਥੇ ਪਠਾਨ ਲੋਕ ਜਿਹੜੇ ਸੀਗੇ ਉਹ ਮੁਗਲਿਆਂ ਦਾ ਇੱਕ ਪਰਗਨਾ ਮੰਨਿਆ ਜਾਂਦਾ ਸੀ। ਪਰਗਨਾ ਹੁੰਦਾ ਜਿਵੇਂ ਡਿਸਟ੍ਰਿਕਟ ਨੂੰ, ਪੁਰਾਣੇ ਟਾਈਮ 'ਚ ਡਿਸਟ੍ਰਿਕਟ ਨੂੰ ਹੀ ਕਹਿੰਦੇ ਸੀ ਪਰਗਨਾ। ਠੀਕ ਹੈ ਜੀ। ਤੇ ਉਸ ਟਾਈਮ ਦੇ ਪਠਾਨ ਕਮਿਊਨਿਟੀ ਇੱਥੇ ਆ ਕੇ ਵਸ ਗਈ ਸੀ ਤੇ ਮੈਡਾਈਵਲ ਟਾਈਮ ਦੇ ਵਿੱਚ। ਸੋ ਇਹ ਹੁਣ ਪੰਜਾਬ ਦਾ ਸਮੋਲੈਸਟ ਏਰੀਆ ਸਾਡਾ ਕੁੱਲ ਮਿਲਾ ਕੇ ਇਹ ਕੁਐਸਚਨ ਸਾਡਾ ਮੇਨ ਹੈ। ਠੀਕ ਹੈ ਜੀ। ਪਠਾਨਕੋਟ ਡਿਸਟ੍ਰਿਕਟ ਹੋ ਚੁੱਕਿਆ। ਕਪੂਰਥਲਾ ਡਿਸਟ੍ਰਿਕਟ ਵੇਖ ਲੈਂਦੇ ਹਾਂ। ਸਭ ਤੋਂ ਜ਼ਿਆਦਾ ਹਿਸਟੋਰੀਕਲ ਪੁਆਇੰਟ ਆਫ ਵਿਊ ਦੇ ਨਾਲ ਵੇਖੀਏ ਤਾਂ ਤੁਹਾਨੂੰ ਪਤਾ ਹੈ ਸਾਡੇ ਪੰਜਾਬ ਦੇ ਵਿੱਚ ਜਦੋਂ ਪੈਪਸੂ ਬਣਿਆ ਸੀ ਨਾ, ਪੈਪਸੂ ਦੇ ਟਾਈਮ ਦੇ ਵਿੱਚ ਇੱਕ ਸਲਤਨਤ, ਜਿਵੇਂ ਪੈਪਸੂ ਕੀ ਸੀਗਾ ਜੀ 8 ਰਜਵਾੜੇ ਸੀਗੇ, ਉਹਨਾਂ ਦੇ ਵਿੱਚ ਇੱਕ ਕਪੂਰਥਲਾ ਦੀ ਸਲਤਨਤ ਵੀ ਹੈਗੀ ਸੀ ਜਿਵੇਂ ਜਿਹਦੇ ਵਿੱਚ ਅੰਪਾਇਰ ਸੀਗਾ। ਤੇ ਉਹਦੇ ਵਿੱਚ ਇਹ ਜਿਹੜਾ ਡਿਸਟ੍ਰਿਕਟ ਇਹ ਜਿਹੜਾ ਬਣਿਆ ਸੀਗਾ ਪੈਪਸੂ ਦੇ ਬਣਨ ਦੇ ਕਾਰਨ ਹੀ, ਕਿਉਂਕਿ ਪੈਪਸੂ ਜਦੋਂ ਪੈਪਸੂ ਆਇਆ ਸੀ ਉਸ ਟਾਈਮ 'ਤੇ ਹੀ ਕਪੂਰਥਲਾ ਬਣ ਗਿਆ ਸੀਗਾ। ਤੇ ਇਹ ਕੀ ਸੀਗਾ ਜੀ ਕਿ ਪਟਿਆਲਾ ਤੇ ਪੈਪਸੂ ਨੂੰ ਦੇ ਟਾਈਮ ਦੇ ਵਿੱਚ ਇਹ ਬਣਿਆ ਸੀਗਾ, ਇਹ ਤੁਸੀਂ ਯਾਦ ਰੱਖਣਾ। ਤੇ ਪੈਪਸੂ ਨੂੰ ਖਤਮ ਕਰਕੇ ਪੰਜਾਬ ਦੇ ਨਾਲ ਮਰਜ ਕੀਤਾ ਗਿਆ ਸੀ ਉਹ 1956 ਦੇ ਵਿੱਚ ਕੀਤਾ ਗਿਆ ਸੀਗਾ। ਤੇ ਉਸ ਤੋਂ ਬਾਅਦ ਇਹ ਫਿਲਹਾਲ ਸਾਡੇ ਪੰਜਾਬ ਦਾ ਇੱਕ ਡਿਸਟ੍ਰਿਕਟ ਹੈ। ਹੁਣ ਪੰਜਾਬ ਦੇ ਡਿਸਟ੍ਰਿਕਟ ਹੋਣ ਦੇ ਨਾਤੇ ਇਹ ਵੇਖ ਲਓ ਇਹਦੇ 2 ਏਰੀਆ ਨੇ। ਇੱਕ ਮਾਤਰ ਡਿਸਟ੍ਰਿਕਟ ਹੈ ਜਿਹਦਾ ਕਿਸੇ ਹੋਰ ਡਿਸਟ੍ਰਿਕਟ ਵਿੱਚ ਵੀ ਇੱਕ ਛੋਟਾ ਜਿਹਾ ਏਰੀਆ ਜਿਹੜਾ ਕਿ ਕਪੂਰਥਲੇ ਦੇ ਵਿੱਚ ਪੈਂਦਾ। ਠੀਕ ਹੈ ਜੀ। ਤਾਂ ਸੋ ਇਹ ਕੀ ਹੈ ਜੀ, ਇਹਦੇ ਵਿੱਚ ਹੁਣ ਨਾਰਥ ਦੇ ਵਿੱਚ ਹੁਸ਼ਿਆਰਪੁਰ ਹੈ,
ਨਾਰਥ ਦੇ ਵਿੱਚ ਹੁਸ਼ਿਆਰਪੁਰ ਹੈ, ਵੈਸਟ ਜਿਹੜਾ ਕਿ ਤਰਨਤਾਰਨ ਹੈ, ਜਲੰਧਰ ਹੋ ਗਿਆ, ਉਸ ਤੋਂ ਬਾਅਦ ਹੋ ਗਿਆ ਤੁਹਾਡਾ ਫਗਵਾੜਾ। ਠੀਕ ਹੈ ਜੀ, ਇਹ ਡਿਸਟ੍ਰਿਕਟ ਇਹਦੇ ਨਾਲ ਟੱਚ ਕਰਦੇ ਨੇ। ਤੇ ਐਡਮਿਨਿਸਟ੍ਰੇਸ਼ਨ ਦੇ ਵਜੋਂ ਵੇਖੀਏ ਤਾਂ ਫਿਰ ਆਪਾਂ ਇਹਦੇ ਵਿੱਚ ਕਪੂਰਥਲਾ ਸਿਟੀ ਆਉਂਦੀ ਹੈ, ਸੁਲਤਾਨਪੁਰ ਲੋਧੀ ਆਉਂਦਾ, ਭੁਲੱਥ ਆਉਂਦਾ ਜੀ, ਤੇ ਉਸ ਤੋਂ ਬਾਅਦ ਫਗਵਾੜਾ ਸਿਟੀ ਆਉਂਦੀ ਹੈ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਫਗਵਾੜਾ ਸ਼ਹਿਰ ਹੈ ਨਾ ਜੀ, ਇਹ ਜਲੰਧਰ ਟੱਪ ਕੇ ਉਸ ਤੋਂ ਬਾਅਦ ਇਹ ਏਰੀਆ ਵੈਸੇ ਫਗਵਾੜਾ ਦਾ ਜੋ ਕਿ ਕਪੂਰਥਲਾ ਦੇ ਅੰਦਰ ਆਉਂਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਪੂਰਥਲਾ ਸਿਟੀ ਦੇ ਬਾਰੇ ਵੇਖ ਲੈਣਾ। ਕਪੂਰਥਲਾ ਜਿਹੜੀ ਸਿਟੀ ਹੈ ਇੱਕ ਪ੍ਰਿੰਸਲੀ ਸਟੇਟ ਸੀ ਪੰਜਾਬ ਦੀ। ਠੀਕ ਹੈ ਜੀ, 8 ਪੈਪਸੂ ਦੇ ਅੰਡਰ, ਤੇ ਇਸ ਨੂੰ ਫਾਊਂਡ ਕੀਤਾ ਸੀ ਰਾਣਾ ਕਪੂਰ ਸਿੰਘ। ਤੁਹਾਨੂੰ ਪਤਾ ਹੋਵੇਗਾ ਰਾਣਾ ਕਪੂਰ ਸਿੰਘ ਬੜੇ ਜਥੇਦਾਰ ਰਹੇ ਨੇ ਸਾਡੇ ਪੰਜਾਬ ਦੇ ਪੁਰਾਣੇ ਏਸ਼ੀਅਨ ਟਾਈਮ ਦੇ ਵਿੱਚ, ਮਿਸਲ ਦੇ ਟਾਈਮ ਦੇ ਵਿੱਚ। ਉਹਨਾਂ ਦੇ ਟਾਈਮ 'ਤੇ ਰਾਣਾ ਕਪੂਰ ਸਿੰਘ ਜਿਹੜੇ ਕਿ ਆਹਲੂਵਾਲੀਆ ਫੈਮਿਲੀ ਤੋਂ ਬਿਲੋਂਗ ਕਰਦੇ ਸੀ, ਉਹਨਾਂ ਨੇ ਜੀ ਉਸ ਟਾਈਮ ਦੇ ਵਿੱਚ ਵਸਾਇਆ ਸੀਗਾ। ਠੀਕ ਹੈ ਜੀ, ਤੇ ਇਹ ਜਿਹੜਾ ਟਾਈਮ ਸੀ ਕੀ ਸੀਗਾ ਜਦੋਂ ਮੁਹੰਮਦ ਗਜਨੀ ਨੇ ਇਹ ਪੰਜਾਬ ਦੇ ਵਿੱਚ ਅਟੈਕ ਕੀਤੇ ਸੀਗੇ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਸੀਗਾ ਜੀ, ਉਹ ਬੜੇ ਹੀ ਸ਼ੌਂਕੀ ਹੁੰਦੇ ਸੀਗੇ, ਤਾਂ ਉਹਨਾਂ ਨੇ ਜਦੋਂ ਆਪਣਾ ਜਿਹੜਾ ਸਿਟੀ ਜਿਹੜਾ ਸ਼ਹਿਰ ਵਸਾਇਆ ਸੀਗਾ, ਤਾਂ ਇੱਥੇ ਸ਼ਾਲੀਮਾਰ ਗਾਰਡਨ ਜਿਹੜਾ ਹੈ ਇਹ ਬਣਵਾਇਆ ਸੀਗਾ। ਤੁਹਾਨੂੰ ਪਤਾ ਵੀ ਇੱਕ ਪਰਸਨ ਦਾ ਨਾਮ ਬੜਾ ਇੰਪੋਰਟੈਂਟ ਹੈ, ਇਹਦਾ ਨਾਮ ਲਿਖ ਲਓ, ਐਡਵਿਨ ਲੂਟੀਅਨਸ। ਇਹਨੇ ਦਿੱਲੀ ਦਾ ਨਕਸ਼ਾ ਬਣਾਇਆ ਸੀ। ਦਿੱਲੀ ਦੇ ਵਿੱਚ ਜਿਵੇਂ ਕਰੋਲ ਬਾਗ ਹੈ ਪੂਰਾ, ਤੁਸੀਂ ਵੇਖਿਆ ਹੋਵੇਗਾ ਉਹ ਸਾਰਾ ਸਿਸਟਮ ਜੋ 26 ਜਨਵਰੀ ਦੇ ਉੱਪਰ, ਤਾਂ ਉਹ ਜਿਹੜੀ ਦਿੱਲੀ ਦਾ ਪੂਰਾ ਡਿਜ਼ਾਈਨ ਕੀਤਾ ਸੀ ਨਾ, ਉਹ ਐਡਵਿਨ ਲੂਟੀਅਨ ਨੇ ਕੀਤਾ ਸੀਗਾ। ਠੀਕ ਹੈ ਜੀ, ਉਸੇ ਪਰਸਨ ਨੇ ਇੱਥੇ ਸ਼ਾਲੀਮਾਰ ਗਾਰਡਨ ਦਾ ਨਕਸ਼ਾ ਇੱਥੇ ਬਣਾ ਕੇ ਦਿੱਤਾ ਸੀਗਾ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਜੀ। ਹਾਂਜੀ ਸਟੂਡੈਂਟ, ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ, ਇੱਥੇ ਇੱਕ ਦਰਗਾਹ ਜਿਹੜੀ ਜੀ ਕਹਿੰਦੇ ਜੀ ਬਣੀ ਹੋਈ ਹੈ, ਮੌਰਿਸ ਮੌਸਕਿਊ ਜਿਹੜਾ ਹੈ ਇੱਥੇ ਬਣਿਆ ਹੋਇਆ। ਇਹ ਫ੍ਰੈਂਚ ਜਿਹੜੇ ਸੀਗੇ ਪਰਸਨ ਮੌਨਸੀਅਰ ਮੌਂਟੈਕਸ ਜਿਹੜੇ ਉਹਨਾਂ ਦੇ ਅੰਡਰ ਇਹ ਬਣਿਆ ਸੀਗਾ। ਤੇ ਇਹ ਜਿਹੜਾ ਬਣਵਾਇਆ ਸੀਗਾ ਕਹਿੰਦੇ ਜੀ ਮਹਾਰਾਜਾ ਜਗਜੀਤ ਸਿੰਘ ਜਿਹੜੇ ਕਿ ਬਹੁਤ ਜ਼ਿਆਦਾ ਫੇਮਸ ਸੀਗੇ ਗਾਰਡਨ ਬਣਾਉਣ ਵਾਸਤੇ ਵੀ, ਇਹਨਾਂ ਦੇ ਦੇਖ ਰੇਖ ਦੇ ਵਿੱਚ ਹੀ ਬਣੇ ਸੀਗੇ। ਤਾਂ ਮਹਾਰਾਜਾ ਜਿਹੜੇ ਜਗਜੀਤ ਸਿੰਘ ਦੇ ਇਹ ਬੜੇ ਫੇਮਸ ਰਹੇ ਨੇ ਕੰਮ ਵਾਸਤੇ। ਜਿਵੇਂ ਤੁਸੀਂ ਦੇਖੋਗੇ ਮੁਗਲ ਸਲਤਨਤ ਦੇ ਵਿੱਚ ਜਿਵੇਂ ਲਾਲ ਕਿਲ੍ਹਾ ਬਣਵਾਇਆ ਸੀਗਾ, ਤਾਜ ਮਹਿਲ, ਇਹ ਸ਼ਾਹਜਹਾਂ ਦੇ ਕੰਮ ਸੀਗੇ ਸਾਰੇ। ਇਸੇ ਤਰ੍ਹਾਂ ਹੀ ਮਤਲਬ ਸ਼ਾਹੀ ਅੰਦਾਜ਼ ਦੇ ਵਿੱਚ ਇਹਨਾਂ ਨੇ ਇਹ ਸਾਰੇ ਬਣਵਾਏ ਸੀਗੇ ਰਾਜਾ ਜਗਜੀਤ ਸਿੰਘ। ਠੀਕ ਹੈ ਜੀ, ਤੇ ਕਾਮੇਰਾ ਗਾਰਡਨ ਇੱਥੇ ਵੀ ਹੈਗਾ, ਇਹ ਵੀ ਤੁਸੀਂ ਯਾਦ ਰੱਖਣਾ। ਕਾਂਜਲੀ ਵੈਟਲੈਂਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ, ਇਹ ਕਾਂਜਲੀ ਵੈਟਲੈਂਡ ਦੇ ਬਾਰੇ ਕੁਐਸਚਨ ਬੜੀ ਵਾਰੀ ਪੇਪਰਾਂ 'ਚ ਤੁਸੀਂ ਵੇਖਣ ਨੂੰ ਮਿਲੇਗਾ ਤੁਹਾਨੂੰ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੀ ਪੁੱਛ ਲੈਂਦੇ ਆ ਜੀ, ਪੰਜਾਬ ਦੇ ਵਿੱਚ ਕਿੱਥੇ ਹੈ ਇਹ ਵੀ ਪੁੱਛ ਲੈਂਦੇ ਆ ਜੀ ਤੁਹਾਨੂੰ। ਠੀਕ ਹੈ ਜੀ, ਹੁਣ ਪਿਛਲੇ ਮੈਂ ਨਾ ਪ੍ਰੀਵੀਅਸ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਸਾਡਾ ਕਿਹੜੀ ਡਿਸਟ੍ਰਿਕਟ ਦੇ ਵਿੱਚ ਹੈ ਇਹ ਗੁਜਰਾਲ, ਜਿਹੜੀ ਪੁਸ਼ਪਾ ਗੁਜਰਾਲ ਜਿਹੜੀ ਸਾਇੰਸ ਸਿਟੀ ਹੈ ਕਿਹੜੀ ਡਿਸਟ੍ਰਿਕਟ ਦੇ ਵਿੱਚ ਹੈ, ਫਿਰ ਆਵੇਗਾ ਸਾਡਾ ਜਲੰਧਰ ਡਿਸਟ੍ਰਿਕਟ ਦੇ ਵਿੱਚ। ਅਗਰ ਤੁਹਾਨੂੰ ਪੁੱਛੇ ਕਿਹੜੀ ਸਿਟੀ ਦੇ ਵਿੱਚ ਹੈ ਤੇ ਫਿਰ ਆਵੇਗਾ ਕਪੂਰਥਲਾ ਦੇ ਵਿੱਚ। ਠੀਕ ਹੈ ਜੀ, ਇਹ ਹੁਣ ਤੁਸੀਂ ਬਾਰ-ਬਾਰ ਮੈਨੂੰ ਫਿਰ ਕੁਐਸਚਨ ਕਰਕੇ ਮੈਸੇਜ ਕਰਕੇ ਨਾ ਪੁੱਛੋ। ਫਗਵਾੜਾ ਸਿਟੀ ਦੀ ਗੱਲ ਕਰੀਏ, ਫਗਵਾੜਾ ਸਿਟੀ ਜਿਹੜਾ ਵਸਾਇਆ ਸੀਗਾ ਜੀ ਇਹ ਸ਼ਾਹਜਹਾਂ ਨੇ ਵਸਾਇਆ ਸੀਗਾ। ਐਕਚੁਅਲ ਦੇ ਵਿੱਚ ਇਸ ਨੂੰ ਆਪਾਂ ਕਹਿੰਦੇ ਹਾਂ ਇੰਡਸਟਰੀਅਲ ਟਾਊਨ। ਠੀਕ ਹੈ ਜੀ, ਇੱਥੇ ਐਕਚੁਅਲ ਦੇ ਵਿੱਚ ਇਹ ਕੀ ਸੀਗਾ ਜੀ, ਇਹ GT ਰੋਡ ਜਿਹੜਾ ਕਿ ਤੁਹਾਨੂੰ ਪਤਾ ਹੈ ਜੀ, ਇੱਕ GT ਰੋਡ ਜਿਹਨੂੰ ਆਪਾਂ ਗ੍ਰੈਂਡ ਟਰੰਕ ਰੋਡ ਕਹਿੰਦੇ ਹਾਂ, ਗ੍ਰੈਂਡ ਟਰੰਕ ਰੋਡ ਕਹਿੰਦੇ ਆ। ਠੀਕ ਹੈ ਜੀ, GT ਰੋਡ ਤੇ ਇੱਕ ਰੁਪਈਆ, ਇਹ ਦੋ ਪਰਸਨ ਸੀਗੇ ਜੀ। ਇੱਕ ਇਹ ਸ਼ੇਰਸ਼ਾਹ ਸੂਰੀ ਨੇ ਮਤਲਬ ਕੀ ਕੀਤਾ ਸੀਗਾ, ਸ਼ੇਰਸ਼ਾਹ ਸੂਰੀ ਨੇ ਇਸ ਨੂੰ ਇਹ ਦੋ ਪ੍ਰਥਾਵਾਂ ਜਿਹੜੀਆਂ ਬਣਵਾਈਆਂ ਸੀਗੀਆਂ, ਇੱਕ ਤਾਂ ਰੁਪਈਆ ਚਲਾਇਆ ਸੀਗਾ, ਇੱਕ GT ਰੋਡ ਬਣਵਾਇਆ ਸੀਗਾ। GT ਰੋਡ ਸੀਗਾ ਢਾਕਾ ਤੋਂ ਲੈ ਕੇ ਇੱਕ ਪੂਰਾ ਕਰਾਚੀ ਤੱਕ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਲਾਹੌਰ ਤੱਕ, ਇਹ ਅੰਮ੍ਰਿਤਸਰ ਤੋਂ ਹੋ ਕੇ। ਤਾਂ ਇਸ ਰੋਡ ਦੇ ਉੱਪਰ ਇਹ ਫਗਵਾੜਾ ਸਿਟੀ ਪੈਂਦਾ ਸੀ, ਤਾਂ ਕਰਕੇ ਸ਼ਾਹਜਹਾਂ ਨੇ ਇਸ ਨੂੰ ਇਸ ਸ਼ਹਿਰ ਨੂੰ ਵਸਾਇਆ ਸੀਗਾ। ਤੇ ਇੱਥੇ ਕੀ ਹੈਗਾ ਜੀ, GST ਮਿਲ ਹੈਗੀਆਂ ਨੇ, ਸੁਖਜੀਤ ਸਟਾਰਚ ਮਿਲ ਹੈਗੀ ਹੈ, ਸ਼ੂਗਰ ਮਿਲ ਹੈਗੀਆਂ ਨੇ। ਆਟੋਮੋਬਾਈਲ ਵਾਸਤੇ ਇਹ ਜਿਹੜਾ ਸ਼ਹਿਰ ਹੈ ਬਹੁਤ ਜ਼ਿਆਦਾ ਫੇਮਸ ਹੈ, ਇੱਥੇ ਮੈਨੂਫੈਕਚਰਿੰਗ ਹੁੰਦੀ ਹੈ ਆਟੋਮੋਬਾਈਲਸ ਦੀ। ਠੀਕ ਹੈ ਜੀ, ਤੇ ਕਪੂਰਥਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਇਹਨਾਂ ਦਾ ਇੱਕ ਏਰੀਆ ਜੀ, ਮਤਲਬ ਸੁਲਤਾਨਪੁਰ ਲੋਧੀ ਸਿਟੀ, ਜੋ ਕਿ ਤੁਹਾਨੂੰ ਪਤਾ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ, ਕਿਉਂਕਿ ਇੱਥੇ ਇਹ ਰਿਲੀਜੀਅਸ ਟਾਊਨ ਇਹਨੂੰ ਆਪਾਂ ਕਹਿੰਦੇ ਹਾਂ, ਰਿਲੀਜੀਅਸ ਟਾਊਨ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਟਾਈਮ ਤੋਂ ਇਹ ਸਿਟੀ ਬਿਲੋਂਗ ਕਰਦੀ ਹੈ। ਤਾਂ ਕਰਕੇ ਇੱਥੇ ਕੀ ਸੀਗਾ ਜੀ, ਸੁਲਤਾਨ ਖਾਨ ਲੋਧੀ ਪਰਸਨ ਸੀਗਾ ਜੀ, ਇਹ ਕੀ ਸੀਗਾ, ਮੁਹੰਮਦ ਗਜਨੀ ਦਾ ਕਮਾਂਡਰ ਸੀਗਾ। ਇਹ ਸੁਲਤਾਨਪੁਰ ਲੋਧੀ ਜਿਹੜਾ ਸਿਟੀ ਫਾਊਂਡ ਕੀਤਾ ਸੀਗਾ। ਤਾਂ ਇੱਥੇ ਜੀ ਇੱਕ ਗੁਰਦੁਆਰਾ ਸਾਹਿਬ ਹੈ, ਉਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਬੇਰ ਸਾਹਿਬ। ਠੀਕ ਹੈ ਜੀ, ਇੱਥੇ ਐਕਚੁਅਲ ਦੇ ਵਿੱਚ ਕੀ ਹੋਇਆ ਸੀਗਾ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਸਿਸਟਰ ਨਾਨਕੀ ਜੀ ਕੋਲ ਭੇਜਿਆ ਗਿਆ ਸੀਗਾ, ਤਾਂ ਉਹਨਾਂ ਨੂੰ ਕੀ ਕੀਤਾ ਸੀਗਾ, ਮੋਦੀ ਜਿਹੜਾ ਖਾਨਾ ਸੀਗਾ ਉਹਦੇ ਵਿੱਚ ਜੌਬ ਦਵਾਈ ਸੀ। ਤਾਂ ਕਰਕੇ ਫਿਰ ਕੀ ਹੋਇਆ ਸੀਗਾ ਵੀ ਗੁਰੂ ਜੀ ਕੀ ਕਰਦੇ ਸੀਗੇ, ਕੰਮ ਕੁਮ ਕਰਨ ਤੋਂ ਬਾਅਦ ਫਿਰ ਆਪਣੇ ਧਿਆਨ ਦੇ ਵਿੱਚ ਨਦੀ ਦੇ ਉੱਪਰ ਜਾਇਆ ਕਰਦੇ ਸੀ, ਉੱਥੇ ਧਿਆਨ ਕਰਦੇ ਸੀਗੇ। ਤਾਂ ਇਹ ਕਾਲੀ ਰਿਵਰ ਜਿਹੜੀ ਹੈ, ਇਸ ਨੂੰ ਕੀ ਕਹਿੰਦੇ ਆਪਾਂ, ਇਹ ਬਿਆਸ ਦੀ ਛੋਟੀ ਸਹਾਇਕ ਨਦੀ ਹੈ।
ਬਿਆਸ ਦੀ ਛੋਟੀ ਸਹਾਇਕ ਨਦੀ ਹੈ ਕਾਲੀ। ਇਸ ਕਾਲੀ ਰਿਵਰ ਦੇ ਵਿੱਚ ਕੀ ਕੀਤੇ ਸੀ ਗੁਰੂ ਜੀ ਨੇ 3 ਦਿਨ ਅਲੋਪ ਰਹੇ ਸੀਗੇ। ਤਾਂ ਉਸ ਤੋਂ ਬਾਅਦ ਪਹਿਲੇ ਸ਼ਬਦ ਜਦੋਂ ਗੁਰੂ ਜੀ ਨੂੰ ਗਿਆਨ ਪ੍ਰਾਪਤ ਹੋਇਆ ਤਾਂ ਉਸ ਤੋਂ ਬਾਅਦ ਪਹਿਲਾ ਵਰਡ ਉਹਨਾਂ ਨੇ ਬੋਲਿਆ ਸੀ, ਨਾ ਕੋਈ ਹਿੰਦੂ ਤੇ ਨਾ ਕੋਈ ਮੁਸਲਮਾਨ। ਤਾਂ ਸੋ ਇਸ ਤਰ੍ਹਾਂ ਗੁਰੂ ਜੀ ਨੂੰ ਇੱਥੇ ਮੈਡੀਟੇਸ਼ਨ ਕਰਦੇ ਹੁੰਦੇ ਸੀਗੇ, ਠੀਕ ਹੈ ਜੀ। ਤੇ 14 ਸਾਲ ਮਤਲਬ ਲਗਭਗ ਕਹਿੰਦੇ ਜੀ ਗੁਰੂ ਸਾਹਿਬ ਨੇ ਇੱਥੇ ਜੀ ਭਜਨ ਬਾਣੀ ਕੀਤੀ ਸੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਆਹ ਵੇਖੋ ਜੀ, ਇਹ ਗੁਰਦੁਆਰਾ ਸਾਹਿਬ ਨੇ ਤੇ ਆਹ ਗਾਰਡਨ ਹੈ ਜਿਹੜਾ, ਠੀਕ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ, ਠੀਕ ਹੈ ਜੀ। ਤੇ ਆਈ ਹੋਪ ਕਿ ਤੁਹਾਨੂੰ ਮੈਂ ਦੱਸ ਚੁੱਕਿਆ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਅੰਮ੍ਰਿਤਸਰ ਦੀ। ਬਹੁਤ ਜ਼ਿਆਦਾ ਹਿਸਟੋਰੀਕਲ ਇੰਪੋਰਟੈਂਸ ਜਿਹੜੇ ਸਾਡੇ ਡਿਸਟ੍ਰਿਕਟ ਹੈ, ਜਿਹੜਾ ਕਿ ਸਭ ਤੋਂ ਜ਼ਿਆਦਾ ਟੂਰਿਜ਼ਮ ਵਜੋਂ ਬਹੁਤ ਜ਼ਿਆਦਾ ਕੁਝ ਜਾਣਿਆ ਜਾਂਦਾ ਹੈ ਅੰਮ੍ਰਿਤਸਰ। ਹਰ ਇੱਕ ਨੂੰ ਇਹ ਹੁੰਦਾ ਕਿ ਆਪਾਂ ਗੋਲਡਨ ਟੈਂਪਲ ਵੇਖਣ ਨੂੰ ਚੱਲੀਏ, ਤਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ। ਅੰਮ੍ਰਿਤਸਰ ਦੇ ਬਾਰੇ ਦੇਖੋ ਜੀ, ਅੰਮ੍ਰਿਤਸਰ ਬਿਲਕੁਲ ਤੁਸੀਂ ਦੇਖੋਗੇ ਥੋੜ੍ਹਾ ਜਿਹਾ ਪੰਜਾਬ ਦੇ ਈਸਟ ਦੇ ਵਿੱਚ ਜਾਂ ਵੈਸਟ ਦੇ ਵਿੱਚ ਪੱਛਮ ਦੇ ਵਿੱਚ ਥੋੜ੍ਹਾ ਜਿਹਾ, ਤੇ ਪਾਕਿਸਤਾਨ ਦੇ ਨਾਲ ਟੱਚ ਕਰਦਾ ਹੋਇਆ ਇਹ ਅੰਮ੍ਰਿਤਸਰ ਸਿਟੀ ਹੈ। ਇਹਦੇ ਨਾਲ ਜਲੰਧਰ ਡਿਵੀਜ਼ਨ ਟੱਚ ਕਰਦੀ ਪਈ ਹੈ, ਗੁਰਦਾਸਪੁਰ ਵੀ ਟੱਚ ਕਰਦਾ ਹੁੰਦਾ ਜੀ, ਇੱਥੇ ਕਪੂਰਥਲਾ ਵੀ ਹੈ, ਇੱਥੇ ਤਰਨਤਾਰਨ। ਇਹ 4 ਜਿਹੜੀਆਂ ਡਿਸਟ੍ਰਿਕਟ ਇਹਦੇ ਨਾਲ ਟੱਚ ਕਰਦੀਆਂ ਨੇ ਅੰਮ੍ਰਿਤਸਰ ਦੇ ਨਾਲ। ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖੋਗੇ ਅੰਮ੍ਰਿਤਸਰ, ਅੰਜਨਾਲਾ ਤੇ ਬਾਬਾ ਬਕਾਲਾ, ਠੀਕ ਹੈ ਜੀ। ਇਹ 3 ਜਿਹੜੇ ਪਲੇਸ ਸਿਟੀਜ਼ ਇਸ ਦੇ ਵਿੱਚ ਆਉਂਦੀਆਂ ਨੇ। ਅੰਮ੍ਰਿਤਸਰ ਸਿਟੀ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਸਰ ਸਿਟੀ ਜਿਹੜਾ ਜੀ ਇਹ ਸੈਂਟਰ ਹੈ ਸਿੱਖਾਂ ਦਾ, ਮਤਲਬ ਸਿੱਖੀਜ਼ਮ ਦਾ ਸਭ ਤੋਂ ਪਹਿਲਾ ਸੈਂਟਰ ਜੇ ਆਪਾਂ ਗੱਲ ਕਰੀਏ ਤਾਂ ਬਣਿਆ ਸੀਗਾ ਜੀ ਇਹ ਅੰਮ੍ਰਿਤਸਰ ਹੈ, ਠੀਕ ਹੈ ਜੀ। ਅੰਮ੍ਰਿਤਸਰ, ਬਾਕੀ ਬਾਹਰ 'ਚ ਸਾਰੇ ਸੈਂਟਰ ਬਣੇ ਨੇ। ਅੰਮ੍ਰਿਤਸਰ ਸਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਿੱਖੀਜ਼ਮ ਦੇ ਹਿਸਾਬ ਨਾਲ, ਠੀਕ ਹੈ ਜੀ। ਐਕਚੁਅਲ ਦੇ ਵਿੱਚ ਜੀ ਇੱਥੇ ਕੀ ਸੀਗਾ ਜੀ, ਤੁਹਾਨੂੰ ਪਤਾ ਹੋਵੇਗਾ ਚੌਥੇ ਗੁਰੂ ਜਿਹੜੇ ਗੁਰੂ ਰਾਮਦਾਸ ਜੀ ਸੀਗੇ, ਉਹਨਾਂ ਨੇ ਜੀ ਇੱਥੇ 2 ਸਰੋਵਰ ਬਣਵਾਏ ਸੀਗੇ ਦੀ ਮਤਲਬ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਉਸ ਸਰੋਵਰ ਦੀ, ਤੇ ਉਸ ਨੂੰ ਆਪਾਂ ਕਹਿੰਦੇ ਹਾਂ ਨੈਕਟਰ, ਪੂਲ ਆਫ ਨੈਕਟਰ। ਅੰਮ੍ਰਿਤ ਸਰੋਵਰ ਸੀਗਾ ਇਹ ਹੋਲੀ ਟੈਂਕ ਜਿਹੜੇ ਜਿਨ੍ਹਾਂ ਦੀ ਖੁਦਾਈ ਸਟਾਰਟ ਕੀਤੀ ਸੀ। ਤਾਂ ਉਸ ਟਾਈਮ ਦੇ ਵਿੱਚ ਜਿਹੜੇ ਗੁਰੂ ਰਾਮਦਾਸ ਜੀ ਸੀਗੇ, ਇਹਨਾਂ ਨੇ ਕੀ ਕੀਤਾ ਸੀਗਾ, ਇਹ ਜਿਹੜੀ ਸਿਟੀ ਫਾਊਂਡ ਕੀਤੀ ਸੀ, ਠੀਕ ਹੈ ਜੀ। ਕਿਉਂਕਿ ਐਕਚੁਅਲ ਦੇ ਵਿੱਚ ਤੁਸੀਂ ਵੇਖੋਗੇ ਇਹ ਜਿਹੜੀ ਜ਼ਮੀਨ ਸੀ ਨਾ ਜਿਸ ਦੇ ਉੱਪਰ ਇਹ ਅੱਜ ਅੰਮ੍ਰਿਤਸਰ ਸ਼ਹਿਰ ਹੈ, ਇਹ ਕਹਿੰਦੇ ਜੀ ਅਕਬਰ ਨੇ ਇਹ ਗ੍ਰਾਂਟ ਕੀਤੀ ਸੀ, ਠੀਕ ਹੈ ਜੀ। ਪਰ ਐਕਚੁਅਲ ਦੇ ਵਿੱਚ ਗੁਰੂ ਸਾਹਿਬਾਨ ਨੇ ਉਹਨਾਂ ਦੇ ਬਾਰੇ ਉਸ ਚੀਜ਼ ਨੂੰ ਲੈਣ ਤੋਂ ਮਨਾ ਕਰ ਦਿੱਤਾ ਸੀ, ਤੇ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਵੀ ਦਿੱਤੇ ਸੀਗੇ। ਤਾਂ ਸੋ ਇਹ ਇੱਦਾਂ ਹਿਸਟਰੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਦੋਂ ਮੈਂ ਗੁਰੂ ਸਾਹਿਬਾਨ ਦੀ ਹਿਸਟਰੀ ਪੜ੍ਹਾਈ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ, ਇੱਥੇ ਕਹਿੰਦੇ ਜੀ ਆਪਣੀ ਜਦੋਂ ਗੁਰੂ ਰਾਮਦਾਸ ਜੀ ਨੇ ਇੱਥੇ ਜਿਹੜਾ ਸ਼ਹਿਰ ਵਸਾਇਆ ਸੀਗਾ, ਤਾਂ ਉਸ ਟਾਈਮ ਦੇ ਵਿੱਚ ਇਸ ਨੂੰ ਗੁਰੂ ਕਾ ਚੱਕ ਬੋਲਿਆ ਗਿਆ। ਇਸ ਸਿਟੀ ਨੂੰ ਅੰਮ੍ਰਿਤਸਰ ਦਾ ਨਾਮ ਦੇ ਵਿੱਚ ਬਾਅਦ ਦੇ ਵਿੱਚ ਨਾਮ ਪਿਆ ਸੀਗਾ, ਪਰ ਇਸ ਤੋਂ ਪਹਿਲਾਂ ਇਹਨੂੰ ਗੁਰੂ ਕਾ ਚੱਕ ਬੋਲਦੇ ਸੀ। ਉਸ ਤੋਂ ਬਾਅਦ ਇਹਦਾ ਨਾਮ ਪੈ ਗਿਆ ਰਾਮਦਾਸਪੁਰ, ਫਿਰ ਲੇਟਰ ਟਾਈਮ ਦੇ ਵਿੱਚ ਇਹਦਾ ਨਾਮ ਪੈ ਗਿਆ ਅੰਮ੍ਰਿਤਸਰ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ, ਇੱਥੇ ਬਹੁਤ ਵੱਡੇ ਜਿਹੜੇ ਸੰਤ ਫਕੀਰ ਜਿਹੜੇ ਕਹਿੰਦੇ ਜੀ ਗੁਰੂ ਵਾਲਮੀਕੀ ਜੀ, ਉਹ ਵੀ ਜਿਨ੍ਹਾਂ ਨੇ ਰਾਮਾਇਣ ਲਿਖਿਆ ਸੀਗਾ, ਐਡਾ ਜਿਹੜਾ ਐਪਿਕ ਸੀਗਾ, ਬਹੁਤ ਵੱਡਾ ਐਪਿਕ ਸੀਗਾ, ਠੀਕ ਹੈ ਜੀ। ਤੇ ਉਹ ਕਹਿੰਦੇ ਸੀਗੇ ਵੀ ਇੱਥੇ ਲਾਰਡ ਰਾਮਾ ਜਿਹੜੇ ਸੀਗੇ ਤੇ ਸੀਤਾ ਮਾਤਾ ਜੀ, ਇਹਨਾਂ ਨੇ ਆਪਣਾ 14 ਸਾਲ ਦਾ ਜੀ ਇੱਥੇ ਵੀ ਇਹਨਾਂ ਨੇ ਬਤੀਤ ਕੀਤੇ ਸੀਗੇ, ਠੀਕ ਹੈ ਜੀ, ਇਸ ਸਿਟੀ ਦੇ ਇਸ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਬਾਬੇ ਬਕਾਲਾ ਦੇ ਬਾਰੇ। ਬਕਾਲਾ ਸਿਟੀ ਤੁਹਾਨੂੰ ਪਤਾ ਹੋਵੇਗਾ ਜੀ ਕਿ 8ਵੇਂ ਗੁਰੂ ਹਰਕ੍ਰਿਸ਼ਨ ਜੀ, 8ਵੇਂ ਗੁਰੂ ਜਿਨ੍ਹਾਂ ਨੂੰ ਬਾਲ ਗੁਰੂ ਕਿਹਾ ਜਾਂਦਾ ਹੈ, ਗੁਰੂ ਹਰਕ੍ਰਿਸ਼ਨ ਜੀ, ਜਿਨ੍ਹਾਂ ਦੀ 5 ਸਾਲਾਂ ਦੇ ਵਿੱਚ ਕਹਿੰਦੇ ਜੀ ਆਪਣੀ ਡੈਥ ਹੋ ਗਈ ਸੀ ਤੇ ਜੋਤੀ ਜੋਤ ਸਮਾ ਗਏ ਸੀਗੇ। ਤਾਂ ਉਹਨਾਂ ਦੀ ਡੈਥ ਤੋਂ ਬਾਅਦ ਮਤਲਬ ਕਹਿੰਦੇ ਜੀ ਉਹਨਾਂ ਦੇ ਆਖਰੀ ਬੋਲ ਸੀਗੇ ਕਿ ਜਿਹੜੇ ਨੈਕਸਟ ਗੁਰੂ ਨੇ ਉਹ ਮਿਲਣਗੇ ਬਕਾਲਾ, ਬਾਬਾ ਬਕਾਲਾ। ਤੇ ਉੱਥੇ ਉਹਨਾਂ ਦੇ ਉਸ ਤੋਂ ਬਾਅਦ ਫਿਰ ਲੋਕਾਂ ਨੇ ਕੀ ਕੀਤਾ ਜੀ, ਦਾੜੀ ਰੱਖ ਕੇ ਕਈ ਲੋਕਾਂ ਨੇ ਫਿਰ ਉਹ ਗੁਰੂ ਜਿਵੇਂ ਬਣਨ ਦੀ ਕੋਸ਼ਿਸ਼ ਕੀਤੀ। ਤੇ ਫਾਈਨਲੀ ਤੁਹਾਨੂੰ ਮੈਂ ਗੁਰੂ ਸਾਹਿਬਾਨ ਦੇ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਮੈਂ ਤੁਹਾਨੂੰ ਪੜ੍ਹਾਇਆ ਸੀਗਾ, ਤਾਂ ਉਹਦੇ ਵਿੱਚ ਮੈਂ ਦੱਸਿਆ ਸੀਗਾ ਵੀ ਗੁਰੂ ਉਹ ਸਾਰੀ ਘਟਨਾ ਮੱਖਣ ਲੁਬਾਣਾ, ਉਹ ਸਾਰੀ ਘਟਨਾ ਮੈਂ ਉੱਥੇ ਦੱਸੀ ਹੈ। ਤਾਂ ਪਲੀਜ਼ ਉਸ ਵੀਡੀਓ ਨੂੰ ਜਾ ਕੇ ਤੁਸੀਂ ਜ਼ਰੂਰ ਵੇਖ ਲਓ। ਤਾਂ ਇੱਥੇ ਕਹਿਣ ਦਾ ਭਾਵ ਇਹ ਹੈ ਜੀ ਕਿ ਬਾਬਾ ਬਕਾਲਾ ਦੇ ਵਿੱਚ ਕਹਿੰਦੇ ਸੀਗੇ ਜੀ ਗੁਰੂ ਸਾਹਿਬ ਪਿਛਲੇ 20 ਸਾਲ ਤੋਂ ਮੈਡੀਟੇਸ਼ਨ ਕਰ ਰਹੇ ਸੀ, ਤਪੱਸਿਆ ਕਰ ਰਹੇ ਸੀ, ਤੇ ਫਾਈਨਲੀ ਗੁਰੂ ਤੇਗ ਬਹਾਦਰ ਜੀ ਇੱਥੇ ਆ ਕੇ 9ਵੇਂ ਗੁਰੂ ਦੇ ਵਿੱਚ ਇਹਨਾਂ ਨੂੰ ਇੱਥੇ ਅਡੋਪਟ ਕੀਤਾ ਗਿਆ ਸੀਗਾ, ਠੀਕ ਹੈ ਜੀ, ਲੋਕਾਂ ਵੱਲੋਂ, ਠੀਕ ਹੈ ਜੀ, ਸਿੱਖ ਸਾਰੇ ਸਮਾਜ ਵੱਲੋਂ। ਤੇ ਉਸ ਤੋਂ ਬਾਅਦ ਫਿਰ 9ਵੇਂ ਗੁਰੂ ਬਣੇ। ਤੇ ਇਹਨਾਂ ਗੁਰੂ ਜੀ ਨੂੰ ਆਪਾਂ ਕਹਿੰਦੇ ਹਾਂ ਹਿੰਦ ਦੀ ਚਾਦਰ। ਇਹ ਕੁਐਸਚਨ ਬੜੀ ਵਾਰੀ ਪੇਪਰ ਦੇ ਵਿੱਚ ਆਇਆ ਕਿ ਹਿੰਦ ਦੀ ਚਾਦਰ ਕਿਹੜੇ ਗੁਰੂ ਸਾਹਿਬਾਨ ਨੂੰ ਕਹਿੰਦੇ ਆ, ਕਿਉਂਕਿ ਹੁਣੇ ਫਿਲਹਾਲ ਤੁਸੀਂ ਵੇਖੋਗੇ ਤੇ ਗੁਰੂ ਸਾਹਿਬਾਨ ਦੀ ਜਯੰਤੀ ਆਈ ਸੀ, ਤੇ ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ, ਤੇ ਉਸ ਦੇ ਕਾਰਨ ਤੁਹਾਨੂੰ ਇਹ ਕੁਐਸਚਨ ਪੁੱਛ ਸਕਦੇ ਨੇ। ਤੇ ਉਸ ਤੋਂ ਬਾਅਦ ਦੇਖੋ ਜੀ, ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ 20 ਸਾਲ ਤੋਂ ਮੈਡੀਟੇਸ਼ਨ ਤੇ ਬਾਬਾ ਬਕਾਲਾ ਤੋਂ ਮਿਲੇ ਸੀ, ਇਹ ਤੁਸੀਂ ਯਾਦ ਰੱਖਣਾ ਹੈ।
ਤੇ ਉਸ ਤੋਂ ਬਾਅਦ ਪਲੇਸ ਆਫ ਇੰਟਰਸਟ ਇੱਥੇ ਡਿਸਟ੍ਰਿਕਟ ਦੇ ਵਿੱਚ ਮਤਲਬ ਕਿਹੜੇ ਪਲੇਸ ਆਫ ਇੰਟਰਸਟ ਨੇ। ਸਭ ਤੋਂ ਪਹਿਲਾਂ ਜੀ ਗੋਲਡਨ ਟੈਂਪਲ ਹੈ। ਗੋਲਡਨ ਟੈਂਪਲ ਬਾਰੇ ਜਾਣ ਲੈਂਦੇ ਹਾਂ। ਤੁਹਾਨੂੰ ਪਤਾ ਹੈ ਜੀ ਅੰਮ੍ਰਿਤ ਜਿਹੜਾ ਸਰੋਵਰ ਸੀਗਾ ਉਸ ਦੇ ਬਿਲਕੁਲ ਸੈਂਟਰ ਦੇ ਵਿੱਚ ਟੈਂਪਲ ਬਣਾਇਆ ਗਿਆ, ਜਿਸ ਨੂੰ ਫਿਰ ਆਪਾਂ ਕਹਿੰਦੇ ਹਾਂ ਅੱਗੇ ਗੋਲਡਨ ਟੈਂਪਲ, ਠੀਕ ਹੈ ਜੀ। ਤੇ ਉਸ ਨੂੰ ਇਹ ਜਿਹੜਾ ਟੈਂਪਲ ਸੀ ਇਹਨੂੰ ਹਰਮੰਦਰ ਸਾਹਿਬ ਵੀ ਕਹਿੰਦੇ ਆਪਾਂ, ਠੀਕ ਹੈ ਜੀ। ਤੇ ਇਹਦੇ ਚਾਰੇ ਦਰਵਾਜ਼ੇ ਖੁੱਲ੍ਹੇ ਨੇ ਤੇ ਮਤਲਬ ਇਹ ਬਹੁਤ ਵੱਡੀ ਗੱਲ ਹੈ ਜੀ, ਕਿਉਂਕਿ ਸਾਰੇ ਧਰਮ ਦੇ ਲੋਕ ਇੱਥੇ ਆ ਸਕਦੇ ਨੇ, ਸਾਰੇ ਧਰਮ ਦੇ ਲੋਕ ਇੱਥੇ ਬਹਿ ਕੇ ਆਪਣੀ ਪੂਜਾ ਪਾਠ ਕਰ ਸਕਦੇ ਨੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਪੂਰੀ ਫੁੱਲ ਵਿਊ ਜਿਹੜਾ ਡੈਮ ਔਰ ਡੋਮ ਜਿਹਾ ਬਣਿਆ ਹੋਇਆ। ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਕਹਿੰਦੇ ਸੀਗੇ ਜੀ 400 kg ਮਤਲਬ ਗੋਲਡਲੀ ਲੀਫ ਦੇ ਨਾਲ ਇਸ ਪੂਰਾ ਜਿਹੜਾ ਟੈਂਪਲ ਹੈ ਇਹ ਸੋਨੇ ਦਾ ਬਣਾਇਆ ਗਿਆ ਸੀਗਾ। ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਇਹ ਪੂਲ ਜਿਹੜਾ ਹੈ ਇਹ ਉਹਦੀ ਕੰਸਟਰਕਸ਼ਨ ਸਟਾਰਟ ਕੀਤੀ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਟੈਂਪਲ ਦੇ ਸਾਹਮਣੇ ਜੀ ਇੱਕ ਟਾਵਰ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਬਾਬਾ ਅਟਲ ਜੀ ਦਾ ਟਾਵਰ। ਇੱਥੇ ਤੁਸੀਂ ਬਿਲਕੁਲ ਵੇਖੋਗੇ ਬੈਕ ਸਾਈਡ, ਤੇ ਗੋਲਡਨ ਟੈਂਪਲ ਦੇ ਬਿਲਕੁਲ ਬੈਕ ਸਾਈਡ ਹੈਗਾ, ਠੀਕ ਹੈ ਜੀ। ਤੇ ਇੱਥੇ ਜੀ ਇੱਕ ਬੇਰੀ ਹੈਗੀ ਹੈ, ਉਹਦਾ ਨਾਮ ਹੈ ਦੁੱਖ ਭੰਜਨੀ ਬੇਰੀ। ਉਹ ਵੀ ਇੱਥੇ ਜਿਹੜਾ ਜੀ ਹੈਗਾ ਇੱਥੇ ਕਹਿੰਦੇ ਜੀ ਮਤਲਬ ਬੜੇ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਵੀ ਜੋ ਵੀ ਸੱਚੇ ਮਨੋਂ ਇਸ਼ਨਾਨ ਕਰਦਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਵੀ ਤੁਸੀਂ ਯਾਦ ਰੱਖਣਾ। ਤੇ ਫਸਟ ਕਹਿੰਦੇ ਜੀ ਇੱਥੇ ਦੇ ਇਹ ਕੁਐਸਚਨ ਆਇਆ ਜੀ ਕਿ ਫਸਟ ਗ੍ਰੰਥੀ ਕਿਹੜੇ ਸੀਗੇ। ਤੇ ਮਤਲਬ ਜਿਨ੍ਹਾਂ ਤੁਸੀਂ ਵੇਖੋਗੇ ਮੀਆਂ ਮੀਰ ਜੀ ਨੇ ਇਹਨਾਂ ਦੀ ਨੀਂਹ ਰੱਖੀ ਸੀ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ, ਇਹ ਵੀ ਯਾਦ ਰੱਖਣਾ ਜੀ। ਤੇ ਜਿਹੜਾ ਹਰਮੰਦਰ ਸਾਹਿਬ ਦੀ। ਤੇ ਉਸ ਤੋਂ ਬਾਅਦ ਦੇਖੋਗੇ ਕਿ ਇਹ ਜਿਹੜਾ ਇਹ ਪੂਲ ਦੀ ਸ਼ੁਰੂਆਤ ਤਾਂ ਕੀਤੀ ਸੀ ਚੌਥੇ ਗੁਰੂ ਰਾਮਦਾਸ ਜੀ ਨੇ। ਉਹਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਦੀ ਜਿਹੜੀ ਨੀਂਹ ਰੱਖੀ ਆ ਉਹ ਰੱਖੀ ਸੀ ਮੀਆਂ ਮੀਰ ਜੀ ਨੇ, ਠੀਕ ਹੈ ਜੀ। ਤੇ ਉਸ ਟਾਈਮ ਦੇ ਵਿੱਚ ਗੁਰੂ ਕਿਹੜੇ ਸੀਗੇ, ਪੰਜਵੇਂ ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਹਿਲੇ ਗ੍ਰੰਥੀ, ਫਿਰ ਬਾਬਾ ਆਪਣੇ ਬੁੱਢਾ ਜੀ ਨੂੰ ਇੱਥੇ ਲਗਾਇਆ ਗਿਆ ਸੀਗਾ ਤੇ ਇਹ ਹੈੱਡ ਗ੍ਰੰਥੀ ਬਣੇ ਸੀ ਪਹਿਲੇ, ਠੀਕ ਹੈ ਜੀ। ਉਸ ਤੋਂ ਬਾਅਦ ਦੁਰਗਿਆਨਾ ਟੈਂਪਲ ਦੀ ਗੱਲ ਕਰਦੇ ਹਾਂ, ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈ, ਠੀਕ ਹੈ ਜੀ। ਲక్ష్ਮੀ ਨਾਰਾਇਣ ਟੈਂਪਲ ਇਸ ਦਾ ਨਾਮ ਹੈ, ਸੈਕਿੰਡ ਜਿਹੜਾ ਨਾਮ ਹੈ ਇਸ ਨੂੰ ਲక్ష్ਮੀ ਨਾਰਾਇਣ ਟੈਂਪਲ ਕਹਿੰਦੇ ਆ। ਇਹਨੂੰ ਆਪਾਂ ਸਿਲਵਰ ਟੈਂਪਲ ਵੀ ਕਹਿੰਦੇ ਆ। ਪੰਜਾਬ ਦੇ ਵਿੱਚ ਸਿਲਵਰ ਟੈਂਪਲ ਕਿੱਥੇ ਹੈ, ਇਹ 'ਚ ਕੁਐਸਚਨ ਆ ਗਿਆ ਤਾਂ ਤੁਹਾਨੂੰ ਯਾਦ ਰੱਖਣਾ, ਤੁਸੀਂ ਅੰਮ੍ਰਿਤਸਰ ਕਹਿਣਾ, ਠੀਕ ਹੈ ਜੀ। ਉਸ ਤੋਂ ਬਾਅਦ ਇਸ ਨੂੰ ਰਿਬਿਲਟ ਕਰਵਾਇਆ ਸੀ ਹਰ ਰਾਏ ਸਿੰਘ ਮਲ ਕਪੂਰ ਨਾਮ ਦੇ ਇੱਕ ਪਰਸਨ ਨੇ, ਠੀਕ ਹੈ ਜੀ। ਤੇ ਇਸ ਦਾ ਜਿਹੜਾ ਫਾਊਂਡਿੰਗ ਸਟੋਨ ਜਿਹੜਾ ਹੈ ਇਹ ਰੱਖਿਆ ਸੀ ਮਦਨ ਮੋਹਨ ਮਾਲਵੀਆ, MM, ਠੀਕ ਹੈ ਜੀ। ਇਹ ਵੀ ਯਾਦ ਰੱਖਿਆ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਮਦਨ ਮੋਹਨ ਮਾਲਵੀਆ ਨੇ ਪੰਜਾਬ ਦੇ ਵਿੱਚ ਕਿਸ ਮੰਦਿਰ ਦੀ ਨੀਂਹ ਪੱਥਰ ਰੱਖਿਆ ਸੀਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਅੰਮ੍ਰਿਤਸਰ ਦੇ ਵਿੱਚ ਦੁਰਗਿਆਨਾ ਟੈਂਪਲ। ਹੋਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਵਾਹਗਾ ਬਾਰਡਰ। ਬਹੁਤ ਘੁੰਮਣ ਵਾਸਤੇ ਸਾਈਟਾਂ ਹੈਗੀਆਂ ਵਾਹਗਾ ਬਾਰਡਰ। ਇਹ ਯਾਦ ਰੱਖਿਆ ਜੀ, ਕਈ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਵਾਹਗਾ ਬਾਰਡਰ ਵੇਖਣ ਚੱਲੇ ਹਾਂ। ਤੇ ਅਟਾਰੀ ਕਿਹੜਾ ਜੀ, ਅਟਾਰੀ ਸਾਡੇ ਪੰਜਾਬ ਦੇ ਵਿੱਚ ਹੈ ਤੇ ਵਾਹਗਾ ਪਾਕਿਸਤਾਨ ਦਾ ਬਾਰਡਰ ਹੈ, ਠੀਕ ਹੈ ਜੀ। ਕਈਆਂ ਨੂੰ ਹੁੰਦਾ ਕਿ ਅਟਾਰੀ ਕਹਿੰਦੇ ਨੇ ਪਾਕਿਸਤਾਨ ਵਾਲੇ, ਜਦੋਂ ਪਾਕਿਸਤਾਨ ਵਾਲੇ ਇੰਡੀਆ ਦਾ ਬਾਰਡਰ ਵੇਖਣ ਆਉਂਦੇ ਨੇ ਉਦੋਂ ਅਟਾਰੀ ਕਹਿੰਦੇ ਆ, ਜਦੋਂ ਪੰਜਾਬ ਵਾਲੇ ਲੋਕ ਜਾਂ ਇੰਡੀਆ ਦੇ ਲੋਕ ਪਾਕਿਸਤਾਨ ਦੇ ਬਾਰਡਰ ਨੂੰ ਵੇਖਣ ਜਾਂਦੇ ਤਾਂ ਉਦੋਂ ਵਾਹਗਾ ਕਹਿੰਦੇ ਆ, ਠੀਕ ਹੈ ਜੀ। ਇਹ ਸਟਰੀਟ ਸੈਰੇਮਨੀ ਹੁੰਦੀ ਹੈ ਜੀ ਇੱਥੇ ਵਾਹਗਾ ਬਾਰਡਰ ਦੇ ਉੱਪਰ ਇੰਟਰਨੈਸ਼ਨਲ ਲੈਵਲ ਦੇ ਉੱਪਰ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਤੇ ਜਲਿਆਂਵਾਲਾ ਕਾਂਡ ਜਿਹੜਾ ਹੋਇਆ ਸੀਗਾ ਤੁਹਾਨੂੰ ਪਤਾ ਹੈ ਜੀ 1919 ਦੇ ਵਿੱਚ 13 ਅਪ੍ਰੈਲ 1919 ਦੇ ਵਿੱਚ ਵਿਸਾਖੀ ਵਾਲੇ ਦਿਨ ਸਾਡੇ 2 ਪਰਸਨ ਫਰੀडम ਫਾਈਟਰ ਡਾਕਟਰ ਸਤਿਆਪਾਲ ਤੇ ਡਾਕਟਰ ਜਿਹੜੇ ਸੈਫੂਦੀਨ ਕਿਚਲੂ ਜੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ। ਉਹਨਾਂ ਦੀ ਰਿਹਾਈ ਵਾਸਤੇ ਫਿਰ ਕੁਝ ਲੋਕ ਸਾਡੇ ਪੰਜਾਬ ਦੇ ਇਕੱਠੇ ਹੋਏ ਸੀਗੇ ਤੇ ਉਹਨਾਂ ਨਿਹੱਥੇ ਲੋਕਾਂ ਦੇ ਉੱਪਰ ਜਨਰਲ ਡਾਇਰ ਨੇ ਗੋਲੀਆਂ ਚਲਾਤੀਆਂ ਸੀਗੀਆਂ ਤੇ ਉਸ ਦਾ ਆਰਡਰ ਦਿੱਤਾ ਸੀ ਮਾਈਕਲ ਡਾਇਰ ਨੂੰ, ਠੀਕ ਹੈ ਜੀ। ਜਨਰਲ ਡਾਇਰ ਤਾਂ ਕਹਿੰਦੇ ਜੀ 1928 ਦੇ ਵਿੱਚ ਐਜ਼ ਏ ਨੈਚੁਰਲ ਡੈਥ ਦੇ ਕਾਰਨ ਮਰ ਗਿਆ ਸੀਗਾ, ਬਟ ਜਿਹੜੇ ਮਾਈਕਲ ਡਾਇਰ ਸੀ ਇਹਨੂੰ ਸਰਦਾਰ ਊਧਮ ਸਿੰਘ ਨੇ ਜਿਹੜੇ ਕਿ ਸਨਾਮ ਤੋਂ ਸੀਗੇ, ਉਹਨਾਂ ਨੇ ਫਿਰ ਇਹਨਾਂ ਨੂੰ ਇੰਗਲੈਂਡ ਦੇ ਵਿੱਚ ਜਾ ਕੇ ਗੋਲੀ ਮਾਰੀ ਸੀ, ਠੀਕ ਹੈ ਜੀ। ਤੇ ਇਸ ਤਰ੍ਹਾਂ ਯਾਦ ਰੱਖਣਾ ਤੁਸੀਂ। ਗੱਲ ਫਿਰ ਕਰਦੇ ਹਾਂ ਜੀ ਰਾਮ ਬਾਗ ਜਿਹੜਾ ਇੱਥੇ ਬਣਿਆ ਹੋਇਆ ਰਾਮ ਬਾਗ। ਤੇ ਇਹ ਤੁਸੀਂ ਯਾਦ ਰੱਖਣਾ ਜੀ, ਇਹ ਜਿਹੜਾ ਰਾਮ ਬਾਗ ਹੈ ਇਹ ਬਣਵਾਇਆ ਸੀਗਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਚੌਥੇ ਗੁਰੂ ਦੀ ਯਾਦ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਕਿਉਂਕਿ ਇਹ ਜਿਹੜਾ ਸ਼ਹਿਰ ਹੀ ਹੈਗਾ ਜੀ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਇਹ ਚੌਥੇ ਗੁਰੂ ਜੀ ਨੇ ਵਸਾਇਆ ਸੀਗਾ, ਤਾਂ ਕਰਕੇ ਚੌਥੇ ਗੁਰੂ ਸਾਡੇ ਗੁਰੂ ਰਾਮਦਾਸ ਜੀ ਬਹੁਤ ਜ਼ਿਆਦਾ ਫੇਮਸ ਨੇ, ਠੀਕ ਹੈ ਜੀ। ਤੇ ਰਾਮ ਤੀਰਥ ਜੀ ਇਹ ਯਾਦ ਰੱਖਣਾ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀਗਾ ਵਾਲਮੀਕੀ ਜੀ ਇੱਥੇ ਰਿਸ਼ੀ ਦੀ ਹੱਟ ਸੀਗੀ ਇੱਥੇ, ਠੀਕ ਹੈ ਜੀ। ਤੇ ਮਾਤਾ ਸੀਤਾ ਮਾਤਾ ਜਿਹੜੇ ਸੀਗੇ ਇੱਥੇ ਇਹਨੇ ਆਪਣੇ 2 ਬੱਚਿਆਂ ਦਾ ਜਨਮ ਦਿੱਤਾ ਸੀਗਾ, ਲਵ ਤੇ ਕੁਸ਼ ਦਾ ਜਨਮ ਇੱਥੇ ਇਸ ਥਾਂ ਤੇ ਹੋਇਆ ਸੀ ਤੇ ਉਸ ਸਰਕਟ ਨੂੰ ਆਪਾਂ ਕਹਿ ਦਿੰਦੇ ਹਾਂ ਰਾਮ ਤੀਰਥ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਇੱਥੇ ਜੀ ਇੱਕ ਸਮਾਧੀ ਹੈਗੀ ਜੀ ਆਪਣੇ ਗੁਰੂ ਅੰਗਦ ਦੇਵ ਜੀ ਦੀ, ਠੀਕ ਹੈ ਜੀ। 30 ਕਿਲੋਮੀਟਰ ਦੂਰ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਕਿ ਬਣਵਾਇਆ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ।
ਤੇ ਉਸ ਤੋਂ ਬਾਅਦ ਜਾਮਾ ਮਸਜਿਦ ਵੀ ਇੱਥੇ ਹੈਗੀ ਹੈ ਖੈਰੁਦੀਨ, ਜਿਹੜੀ ਕਿ ਮੁਹੰਮਦ ਖੈਰੁਦੀਨ ਨੇ ਬਣਵਾਈ ਸੀ 1876 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਤੇ ਉਸ ਤੋਂ ਬਾਅਦ ਸਮਾਧ ਆਫ ਸਰਵਨ। ਸਰਵਨ ਕੌਣ ਸੀਗਾ ਜੀ? ਤੁਹਾਨੂੰ ਪਤਾ ਹੋਵੇਗਾ, ਸਰਵਨ ਉਹ ਪਰਸਨ ਸੀਗਾ ਜਿਹਨੇ ਆਪਣੇ ਦੋਨੋਂ ਮਾਤਾ ਪਿਤਾ ਜਿਹੜੇ ਕਿ ਅੰਨੇ ਸੀਗੇ, ਵੇਖ ਨਹੀਂ ਸਕਦੇ ਸੀਗੇ, ਉਹਨਾਂ ਨੂੰ ਪਾਣੀ ਪਿਲਾਉਣ ਵਾਸਤੇ ਜਾ ਰਿਹਾ ਸੀ। ਤਾਂ ਉਸ ਟਾਈਮ ਦੇ ਕਹਿੰਦੇ ਜੀ ਉਹਨਾਂ ਦਾ ਵੀ ਇੱਥੇ ਆਪਣੇ ਸਮਾਧ ਹੈਗੀ ਹੈ ਜੋ ਕਿ ਬਣਵਾਈ ਸੀ, ਉਹਨੂੰ ਆਪਾਂ ਪੁਰਾਣੀ ਢਾਬ ਕਹਿ ਦਿੰਦੇ ਹਾਂ। ਤੇ ਜਸਤਰਵਾਲ ਨਾਮਕ ਪਲੇਸ ਦੇ ਵਿੱਚ ਇਸ ਦੀ ਸਮਾਧ ਬਣੀ ਹੋਈ ਹੈ ਤੇ ਇਹ ਤੁਸੀਂ ਯਾਦ ਰੱਖਣਾ ਅੰਜਨਾਲਾ ਦੇ ਕੋਲ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਆ ਜੀ। ਤੇ ਦਸ਼ਰਥ ਨੇ ਉਹ ਤੀਰ ਮਾਰੀ ਸੀ ਤੇ ਉਸ ਦੀ ਡੈਥ ਹੋ ਗਈ ਸੀ, ਜਿਸ ਦੇ ਕਾਰਨ ਉਹਨੂੰ ਬਨਵਾਸ ਦਾ ਵੀ ਕਹਿੰਦੇ ਸੀ। ਉਸ ਤੋਂ ਬਾਅਦ ਬਨਵਾਸ ਵਾਸਤੇ ਇਹਨੂੰ ਸ਼ਰਾਪ ਦਿੱਤਾ ਗਿਆ ਸੀਗਾ, ਠੀਕ ਹੈ ਜੀ। ਤੇ ਆਹ ਦੇਖੋ ਜੀ ਤੁਸੀਂ ਅੰਮ੍ਰਿਤਸਰ ਸਿਟੀ ਦੇ ਬਾਰੇ, ਬਿਲਕੁਲ ਸੈਂਟਰ ਦੇ ਵਿੱਚ ਇਹ ਗੋਲਡਨ ਟੈਂਪਲ ਹਰਮੰਦਰ ਸਾਹਿਬ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜਲਿਆਂਵਾਲਾ ਜਿਹੜਾ ਬਾਗ ਹੈ ਉਸ ਦੇ ਵਿੱਚ ਇੱਕ ਅਮਰ ਜੋਤੀ ਬਣੀ ਹੋਈ ਹੈ ਕਿ ਉਹਨਾਂ ਜਿਹੜੇ ਲੋਕ ਸਾਡੇ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਸਮਰਪਿਤ ਹੈ। ਤੇ ਆਹ ਦੁਰਗਿਆਨਾ ਟੈਂਪਲ ਹੈ ਸੇਮ, ਆਹ ਜਿਹੜੀ ਸਟਰੀਟ ਸੈਰਾਮਨੀ ਹੈ ਜਿਹੜੀ ਕਿ ਬਾਗਾ ਬਾਰਡਰ ਵਾਲੀ। ਤੇ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਬਾਰੇ ਹੋਰ ਕੀ ਚੀਜ਼ਾਂ ਬਚੀਆਂ ਨੇ। ਤੇ ਖੂਹ ਕਾਲਿਆਂ ਵਾਲਾ ਜੀ ਇੱਕ ਇਹ ਵੀ ਫੇਮਸ ਹੈ। ਖੂਹ ਕਾਲਿਆਂ ਵਾਲਾ ਕਿਹੜੀ ਡਿਸਟ੍ਰਿਕਟ ਦੇ ਵਿੱਚ ਹੈ, ਕਿਹੜੇ ਸ਼ਹਿਰ ਦੇ ਵਿੱਚ ਹੈ? ਐਕਚੁਅਲ ਵਿੱਚ ਹੋਇਆ ਕੀ ਸੀਗਾ ਜੀ, 200 ਸੋਲਜਰ ਸਾਡੇ ਬ੍ਰਿਟਿਸ਼ ਦੇ ਟਾਈਮ ਦੇ ਵਿੱਚ ਕਹਿੰਦੇ ਜੀ 1857 ਦੇ ਵਿੱਚ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀਗਾ, ਉਸ ਟਾਈਮ ਦੇ ਵਿੱਚ ਉਹਨਾਂ 200 ਸੋਲਜਰ ਨੂੰ ਬ੍ਰਿਟਿਸ਼ ਨੇ ਬੜੇ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਸੀਗਾ। ਉਹ ਖੂਹ ਦੇ ਵਿੱਚ ਕਹਿੰਦੇ ਜੀ ਪੂਰੀ ਬੋਡੀਜ਼ ਨੂੰ ਭਰਤਾ ਸੀਗਾ, ਉਹਨਾਂ ਦੀ ਸੰਸਕਾਰ ਵੀ ਨਹੀਂ ਕੀਤਾ ਸੀਗਾ, ਜਿਸ ਦੇ ਕਾਰਨ ਇਸ ਨੂੰ ਜੀ ਉਸ ਨੂੰ ਆਪਾਂ ਕਾਲਿਆਂ ਵਾਲਾ ਖੂਹ ਵੀ ਕਹਿੰਦੇ ਹਾਂ, ਠੀਕ ਹੈ ਜੀ। ਇਹ ਅੰਮ੍ਰਿਤਸਰ ਦੇ ਕੋਲ ਹੈਗਾ। ਬਨਿਆਨ ਟਰੀ ਜਾਂ ਆਪਾਂ ਸ਼ਹੀਦੀ ਬੋਰਡ ਵੀ ਕਹਿ ਦਿੰਦੇ ਹਾਂ ਜਿਹਨੂੰ ਆਪਾਂ। ਇੱਥੇ ਕੀ ਹੋਇਆ ਸੀਗਾ ਜੀ, ਜਿਹੜੇ ਸਾਡੇ ਤੁਹਾਨੂੰ ਪਤਾ ਹੋਵੇਗਾ ਬਾਬਾ ਰਾਮ ਸਿੰਘ ਜਿਹੜੇ ਸੀਗੇ ਕੁੱਕਾ ਰਾਮਧਾਰੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀਗੇ, ਉਹਨਾਂ ਦੇ 4 ਕੁੱਕਾਜ਼ ਨੂੰ ਮਾਰਿਆ ਗਿਆ ਸੀ ਬ੍ਰਿਟਿਸ਼ ਦੇ ਦੁਆਰਾ, ਸ਼ਹੀਦ ਕੀਤਾ ਗਿਆ ਸੀਗਾ, ਜਿਸ ਦੇ ਕਾਰਨ ਉਸ ਬੋਰਡ 'ਤੇ ਜਿਹੜਾ ਬੋਰਡ ਦੇ ਥੱਲੇ ਮਾਰਿਆ ਸੀਗਾ ਜਾਂ ਸ਼ਹੀਦ ਕੀਤਾ ਸੀਗਾ ਉਹਨਾਂ ਨੂੰ ਸ਼ਹੀਦੀ ਬੋਰਡ ਕਹਿ ਦਿੰਦੇ ਆਪਾਂ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕੋਟਲੀ ਸੁਲਤਾਨ ਸਿੰਘ। ਕੋਟਲੀ ਜਿਹੜਾ ਸੁਲਤਾਨ ਸਿੰਘ ਸੀਗਾ ਇਹ ਅੰਮ੍ਰਿਤਸਰ ਤੋਂ 32 ਕਿਲੋਮੀਟਰ ਦੂਰ ਹੈ। ਤੇ ਇਹ ਜਿਹੜਾ ਜੀ ਮੁਹੰਮਦ ਰਫੀ ਤੁਹਾਨੂੰ ਪਤਾ ਹੋਵੇਗਾ ਪੰਜਾਬ ਦੇ ਇੱਕਮਾਤਰ ਸਿੰਗਰ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਲੋਹਾ ਮਨਵਾਇਆ ਆਪਣੀ ਆਵਾਜ਼ ਦਾ। ਆਪਣੀ ਪੁਰਾਣੇ ਜਿਹੜੇ ਲੈਜੈਂਡ ਸਿੰਗਰ ਸੀਗੇ ਇਹ ਬਹੁਤ ਵੱਡੇ, ਤੇ ਇਹਨਾਂ ਦਾ ਜਿਹੜਾ ਕੋਟਲੀ ਸੁਲਤਾਨ ਸਿੰਘ ਜਿਹੜਾ ਕਿ ਇੱਥੇ ਇੱਕ ਪਲੇਸ ਹੈ ਉੱਥੋਂ ਬਿਲੋਂਗ ਕਰਦੇ ਸੀ, ਠੀਕ ਹੈ ਜੀ, ਅੰਮ੍ਰਿਤਸਰ ਤੋਂ ਸੀਗੇ। ਗੋਬਿੰਦ ਫੋਰਟ ਇਹ 1760 ਦੇ ਵਿੱਚ ਭੰਗੀ ਮਿਸਲ ਦੇ ਸਰਦਾਰਾਂ ਨੇ ਬਣਵਾਇਆ ਸੀਗਾ ਤੇ ਬਾਅਦ ਦੇ ਵਿੱਚ ਮਹਾਰਣਜੀਤ ਸਿੰਘ ਨੇ ਇਸ ਦਾ ਨਾਮ ਜੀ ਫੋਰਟ ਰੱਖਿਆ ਸੀ ਗੋਬਿੰਦ ਫੋਰਟ, ਠੀਕ ਹੈ ਜੀ। ਤੇ ਇਹ ਤੁਸੀਂ ਯਾਦ ਰੱਖਣਾ ਹੈ। ਇੱਥੇ ਯੂਨੀਵਰਸਿਟੀ ਹੈਗੀ ਹੈ ਬਹੁਤ ਫੇਮਸ ਜਿਹਨੂੰ ਆਪਾਂ ਗੁਰੂ ਨਾਨਕ ਦੇਵ ਜੀ GNDU ਆਪਾਂ ਯੂਨੀਵਰਸਿਟੀ ਕਹਿੰਦੇ ਹਾਂ। ਇਹ ਕਈ ਵਾਰੀ ਪੇਪਰਾਂ 'ਚ ਆਈ ਹੋਈ ਹੈ, ਤੁਸੀਂ ਯਾਦ ਰੱਖਣਾ ਹੈ। ਗੁਰੂ ਰਾਮਦਾਸ ਇੰਟਰਨੈਸ਼ਨਲ ਪੋਰਟ, ਪਹਿਲਾਂ ਇਹਨੂੰ ਆਪਾਂ ਕਹਿੰਦੇ ਸੀ ਮਹਾਰਾਜਾ ਸਾਂਸੀ 에ਅਰਪੋਰਟ, ਬਟ ਬਾਅਦ ਦੇ ਵਿੱਚ ਤੁਹਾਨੂੰ ਪਤਾ ਜੀ ਜਿਹੜੇ ਆਪਣੇ ਚੌਥੇ ਗੁਰੂ ਨੇ ਗੁਰੂ ਰਾਮਦਾਸ ਜੀ ਦੇ ਨਾਮ ਦੇ ਉੱਪਰ ਇਸ ਦਾ ਨਾਮ ਇੰਟਰਨੈਸ਼ਨਲ 에ਅਰਪੋਰਟ ਰੱਖਿਆ ਗਿਆ। ਇਹ ਵੀ ਕੁਐਸਚਨ ਨਿਊਜ਼ ਦੇ ਵਿੱਚ ਸੀਗਾ, ਤੁਸੀਂ ਯਾਦ ਰੱਖਣਾ ਹੈ। ਇੱਥੇ ਹੁਣ ਰਾਮ ਤੀਰਥ ਫੇਅਰ ਵੀ ਹੁੰਦਾ ਜੀ, ਬਸੰਤ ਪੰਚਮੀ ਬਹੁਤ ਵਧੀਆ ਤਰੀਕੇ ਨਾਲ, ਲੰਗੂਰ ਮੇਲਾ ਵੀ ਇੱਥੇ ਲੱਗਦਾ ਹੈ, ਠੀਕ ਹੈ, ਦੁਰਗਿਆਨਾ ਟੈਂਪਲ ਦੇ ਕੋਲ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਤੇ ਆਪਾਂ ਇੱਕ ਟੈਂਪਲ ਪੜ੍ਹਿਆ ਸੀ ਦੇਵੀ ਤਲਾਬ, ਉਹ ਸੀਗਾ ਜਲੰਧਰ ਦੇ ਵਿੱਚ, ਇਹ ਹੈਗਾ ਜੀ ਦੁਰਗਿਆਨਾ ਟੈਂਪਲ, ਇਹ ਅੰਮ੍ਰਿਤਸਰ ਦੇ ਵਿੱਚ ਹੈ। ਇਹ ਸੈਕਿੰਡ ਹਾਈਐਸਟ ਪਾਪੂਲੇਸ਼ਨ ਆਪਾਂ ਗੱਲ ਕਰੀਏ, ਸਭ ਤੋਂ ਪਹਿਲੀ ਜ਼ਿਆਦਾ ਪਾਪੂਲੇਸ਼ਨ ਕਿਹੜੀ ਡਿਸਟ੍ਰਿਕਟ ਦੇ ਵਿੱਚ ਹੈ, ਉਹ ਹੈਗੀ ਸੀ ਲੁਧਿਆਣਾ ਦੇ ਵਿੱਚ। ਤੇ ਹੁਣ ਸਭ ਤੋਂ ਜ਼ਿਆਦਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਸੈਕਿੰਡ ਨੰਬਰ 'ਤੇ ਆਉਂਦਾ ਅੰਮ੍ਰਿਤਸਰ, ਠੀਕ ਹੈ ਜੀ। ਤੇ ਸੈਕਿੰਡ ਨੰਬਰ 'ਤੇ ਹਾਈਐਸਟ ਡੈਂਸਿਟੀ ਵੀ ਕਿੱਥੇ ਹੈਗੀ, ਅੰਮ੍ਰਿਤਸਰ ਦੇ ਵਿੱਚ। ਤਾਂ ਬਹੁਤ ਹਿਸਟੋਰੀਕਲ ਇੰਪੋਰਟੈਂਸ ਜਿਹੜਾ ਹੈਗਾ ਜੀ। ਤਾਂ ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ ਤਰਨਤਾਰਨ ਤੇ ਹੋਰ ਡਿਸਟ੍ਰਿਕਟਸ। ਤੇ ਤਦ ਤੱਕ ਦੇ ਲਈ ਧੰਨਵਾਦ ਜੀ। ਤੇ ਸਾਰੇ ਜਣੇ ਇੱਦਾਂ ਹੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਇਸੇ ਤਰ੍ਹਾਂ ਹੀ ਕੰਟੀਨਿਊ ਰੱਖੋ ਜੀ। ਸਾਰੀ ਜੀਕੇ ਆਪਾਂ ਕਵਰ ਕਰਾਂਗੇ ਪੰਜਾਬ ਦੀ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ।